ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੈ ਬਸਤ ਗਡਾਈ, ਤਾਂ ਕਉ ਭਿੰਨ ਨ ਕਹਿਣਾ ਜਾਈ। ਬੂਝੈ ਬੂਝਨਹਾਰ ਬਵੇਕ, ਨਾਰਾਇਣ ਮਿਲੇ ਨਾਨਕ ਏਕ। ਬੂਝੈ ਬੂਝਨਹਾਰ ਬਵੇਕ, ਨਾਰਾਇਣ ਮਿਲੇ ਨਾਨਕ ਏਕ। ਜੁਗੋ ਜੁਗ ਅਟਲ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਲਾਹੀ ਚਰਨਾਂ ਵਿੱਚ ਧਿਆਨ ਜੋੜ ਕੇ ਬੈਠੇ ਹੋਏ ਸਮੂਹ ਗੁਰਮੁਖ ਪਿਆਰਿਓ, ਸਤਿਕਾਰ ਨਾਲ ਪ੍ਰੇਮ ਨਾਲ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ। 17ਵੀਂ ਅਸ਼ਟਪਦੀ ਜਿਸ ਦੀ ਆਪਾਂ ਵਿਚਾਰ ਕਰ ਰਹੇ ਹਾਂ, ਉਸ ਦੀ ਦੂਸਰੀ ਪੌੜੀ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਜਦੋਂ ਸੇਵਕ ਸੁਆਮੀ ਦਾ ਰੂਪ ਹੋ ਜਾਂਦਾ ਹੈ ਤਾਂ ਸਤਿਗੁਰੂ ਨੇ ਉਸ ਚੀਜ਼ ਦਾ ਜ਼ਿਕਰ ਕੀਤਾ ਹੈ। ਪਰ ਇਸ ਚੀਜ਼ ਦੀ ਜਿਹੜੀ ਸਮਝ ਹੈ ਉਹ ਸਾਰਿਆਂ ਨੂੰ ਨਹੀਂ ਲੱਗਦੀ ਹੈ। ਜਿਹੜੀ ਪਹਿਲੀ ਪੰਕਤੀ ਹੈ ਉਹਦੇ ਵਿੱਚ ਕਿਹਾ ਗਿਆ, ਸਤ ਸਰੂਪ ਹਿਰਦੈ ਜਿਨ ਮਾਨਿਆ। ਜਿਸ ਇਨਸਾਨ ਨੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਮੂਰਤ ਨੂੰ ਆਪਣੇ ਮਨ ਵਿੱਚ ਟਿਕਾ ਲਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ। ਉਹਨੇ ਅਸਲ ਦੇ ਵਿੱਚ ਸਭ ਕੁਝ ਕਰਨ ਅਤੇ ਕਰਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ, ਜਿਹੜਾ ਕਿ ਜੀਵਾਂ ਦਾ ਮੂਲ ਹੈ, ਸੰਸਾਰ ਦਾ ਮੁੱਢ ਹੈ, ਉਹਦੀ ਪਛਾਣ ਕਰ ਲਈ ਹੈ। ਪਰ ਜਦੋਂ ਤੱਕ ਸੱਤ ਜੀਵਨ 'ਚ ਨਹੀਂ ਵਸਦਾ, ਉਦੋਂ ਤੱਕ ਆ ਗੱਲਾਂ ਦੀ ਸਮਝ ਨਹੀਂ ਲਾਉਂਦੀ। ਔਰ ਜਦੋਂ ਉਹ ਸੱਚ ਜੀਵਨ ਵਿੱਚ ਵਸ ਜਾਂਦਾ ਹੈ, ਫਿਰ ਇਨਸਾਨ ਦੇਖਦਾ ਹੈ ਵੀ ਕਰਨ ਵਾਲਾ ਵੀ ਆਪ ਹੈ, ਕਰਾਉਣ ਵਾਲਾ ਵੀ ਆਪ ਹੈ, ਅਤੇ ਮੈਂ ਕਿਉਂ ਐਵੇਂ ਵਾਧੂ ਦੇ ਝੰਜਟਾਂ ਵਿੱਚ ਪੈ ਕੇ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹਾਂ। ਫਿਰ ਉਹ ਨਿਰੰਕਾਰੀ ਜੋਤ ਨੂੰ, ਨਿਰੰਕਾਰੀ ਰੂਪ ਨੂੰ ਦੁਨੀਆ ਦੇ ਹਰ ਇੱਕ ਕੋਨੇ-ਕੋਨੇ ਵਿੱਚ ਵੇਖਦਾ ਹੈ। ਉਹਦੀ ਜ਼ਿੰਦਗੀ ਆਨੰਦ ਸਰੂਪ ਹੋ ਜਾਂਦੀ ਹੈ। ਉਹਦੀ ਜ਼ਿੰਦਗੀ ਜਿਹੜੀ ਹੈ ਫੁੱਲਾਂ ਵਰਗੀ ਖੁਸ਼ਬੂ ਦੇਣ ਵਾਲੀ ਹੋ ਜਾਂਦੀ ਹੈ। ਫਿਰ ਉਹ ਸੇਵਕ ਸੁਆਮੀ ਦਾ ਰੂਪ ਹੋ ਜਾਂਦਾ ਹੈ। ਨਿਰੰਕਾਰ ਦੇ ਵਿੱਚ ਉਹਦੀ ਅਭੇਦਤਾ ਹੋ ਜਾਂਦੀ ਹੈ ਅਤੇ ਉਹ ਬਾਹਰੋਂ ਆਮ ਇਨਸਾਨਾਂ ਵਰਗਾ ਲੱਗਦਾ ਹੈ, ਪਰ ਅਸਲ ਦੇ ਵਿੱਚ ਅੰਦਰੋਂ ਉਹ ਬਹੁਤ ਕੁਝ ਆਪਣੇ ਆਪ ਨੂੰ ਬਦਲ ਚੁੱਕਾ ਹੁੰਦਾ ਹੈ, ਬਹੁਤ ਚੇਂਜ ਹੋ ਚੁੱਕਾ ਹੁੰਦਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਆਪਣੇ ਕਵਿਤਾਂ ਦੇ ਵਿੱਚ ਰੱਬ ਦੇ ਪਿਆਰੇ ਦੀ ਗੱਲ ਆਖੀ ਹੈ ਕਿ ਰੱਬ ਦਾ ਪਿਆਰਾ ਜਦੋਂ ਉਹਦੇ ਦਰਸ਼ਨ ਦੇਖਦਾ ਤੇ ਕਹਿੰਦਾ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਵੀ ਜਦੋਂ ਮੈਂ ਤੇਰੇ ਦਰਸ਼ਨ ਕੀਤੇ, ਮੇਰੀ ਹੁਣ ਪਹਿਲੀ ਸੁੱਧ, ਮੇਰੀ ਪਹਿਲੀ ਅਕਲ, ਮੇਰੀ ਪਹਿਲੀ ਮਤ ਖਤਮ ਹੋ ਗਈ। ਬਸ ਆਹੀ ਸਿੱਖੀ ਹੈ, ਆਹੀ ਗੁਰੂ ਸਾਹਿਬਾਨ ਸਮਝਾਉਂਦੇ ਹੈ ਵੀ ਸਿੱਖਾ, ਜਦੋਂ ਤੂੰ ਮੇਰੇ ਕੋਲ ਆਵੇਂ, ਤੇਰੀ ਪਹਿਲੀ ਬੁੱਧ, ਤੇਰੀ ਪਹਿਲੀ ਅਕਲ, ਤੇਰੀ ਪਹਿਲੀ ਮਤ, ਤੇਰੀ ਪਹਿਲੀ ਸੋਚ, ਤੇਰੀ ਪਹਿਲੀ ਸਮਝ ਖਤਮ ਹੋ ਜਾਣੀ ਚਾਹੀਦੀ। ਤੂੰ ਮੇਰੇ ਕੋਲ ਆਵੇਂ, ਮੈਂ ਤੈਨੂੰ ਨਵੀਂ ਜ਼ਿੰਦਗੀ ਦੇਵਾਂ, ਨਵੀਂ ਸੋਚ ਦੇਵਾਂ, ਤੇਰੇ ਜੀਵਨ ਦੇ ਵਿੱਚ ਮੈਂ ਰੌਸ਼ਨੀ ਲੈ ਕੇ ਆਵਾਂ। ਔਰ ਇਸ ਚੀਜ਼ ਦੀ ਸਮਝ ਤਾਂ ਪਿਆਰਿਓ ਉਦੋਂ ਲੱਗਦੀ ਹੈ ਜਦੋਂ ਆਪਾਂ ਗੁਰੂ ਵਾਲੇ ਹੁੰਦੇ ਹਾਂ, ਔਰ ਗੁਰੂ ਵਾਲੇ ਹੋਣ ਤੋਂ ਬਗੈਰ ਇਸ ਚੀਜ਼ ਦੀ ਸਮਝ ਲੱਗਦੀ ਨਹੀਂ। ਮੈਂ ਨਾਲ ਦੀ ਨਾਲ ਇਹ ਵੀ ਕਹਿ ਦੇਵਾਂ, ਆਪਾਂ ਸੁਆਮੀ ਦਾ ਰੂਪ ਬਣਨਾ, ਆਪਾਂ ਉਹਦੇ ਸੇਵਕਾਂ, ਆਪਾਂ ਉਹਦੇ ਵਰਗੇ ਬਣਨਾ। ਇਸ ਲਈ ਸਿੱਖਾਂ ਨੇ ਕਿਉਂ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਬਣੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਵਰਗੇ ਬਣੇ ਹਾਂ। ਭਾਵ ਉਹਨਾਂ ਨੇ ਆਪਣੇ ਅੰਦਰੋਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ, ਉਹਨਾਂ ਨੇ ਆਪਣੇ ਅੰਦਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ। ਗੁਰੂ ਸਾਹਿਬਾਨ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਨਾ ਪੰਜਾਬ ਦੇ ਵੱਲ, ਉਹਨਾਂ ਨੇ ਇਹ ਗੱਲ ਕਹੀ ਸੀ, ਸਮਾਂ ਭਾਵੇਂ ਕਿਸੇ ਤਰ੍ਹਾਂ ਦਾ ਮਰਜ਼ੀ ਆਵੇ, ਪਰ ਤੁਸੀਂ ਮੈਨੂੰ ਆਪਣੇ ਅੰਗ ਸੰਗ ਜਾਣਿਓ। ਉਹ ਗੱਲ ਵੱਖਰੀ ਹੈ, ਸਰੀਰ ਜੁਦਾ ਹੋ ਸਕਦਾ ਹੈ, ਪਰ ਮੈਂ ਤੁਹਾਤੋਂ ਕਦੇ ਵੀ ਦੂਰ ਨਹੀਂ ਜਾਵਾਂਗਾ, ਮੈਂ ਤਾਂ ਤੁਹਾਡੇ ਅੰਗ ਸੰਗ ਵਸਾਂਗਾ। ਸਿੱਖ ਨੇ ਵੀ ਇਹ ਚੀਜ਼ ਵੇਖਣੀ।
ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਤ ਸਰੂਪ ਹਿਰਦੈ ਜਿਨ ਮਾਨਿਆ। ਜਿਹਨੇ ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਨੂੰ, ਉਹਦੀ ਜੋਤ ਨੂੰ ਟਿਕਾ ਲਿਆ, ਜਿਸ ਇਨਸਾਨ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ, ਜਿਹੜਾ ਸਤ ਸਰੂਪ ਹੈ, ਜਿਹੜਾ ਸਦਾ ਰਹਿਣ ਵਾਲਾ ਹੈ, ਜਿਹਦੀ ਹਸਤੀ ਸਦਾ ਰਹਿਣ ਵਾਲੀ ਹੈ। ਮੈਂ ਪਹਿਲੀ ਪੌੜੀ ਵਿੱਚ ਵੀ ਇਹ ਗੱਲ ਕਹਿ ਕੇ ਆਇਆ, ਅਸੀਂ ਸਦਾ ਨਹੀਂ ਰਹਿਣਾ, ਵਾਹਿਗੁਰੂ ਨੇ ਸਦਾ ਰਹਿਣਾ। ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਨੂੰ ਆਹੀ ਗੱਲ ਸਮਝਾਈ ਸੀ ਕਿ ਦੁਨੀ ਚੰਦ, ਲੋਕਾਂ ਨੂੰ ਲੁੱਟ ਲੁੱਟ ਕੇ ਖਾਣ ਨਾਲੋਂ ਜੋ ਕੁਝ ਤੈਨੂੰ ਨਿਰੰਕਾਰ ਨੇ ਦਿੱਤਾ ਹੈ ਉਹ ਲੋਕਾਂ ਵਿੱਚ ਵੰਡਣ ਦਾ ਕੰਮ ਕਰ, ਸੰਸਾਰ ਵਿੱਚ ਵੰਡਣ ਦਾ ਕੰਮ ਕਰ। ਤੂੰ ਕਿਸੇ ਦਾ ਪੇਟ ਨਾ ਕੱਟ, ਤੂੰ ਕਿਸੇ ਦਾ ਪੇਟ ਪਾਲ, ਤੂੰ ਕਿਸੇ ਦਾ ਨੁਕਸਾਨ ਨਾ ਕਰ, ਤੂੰ ਕਿਸੇ ਦਾ ਲਾਭ ਕਰ। ਸ਼ਾਇਦ ਇਹਦੇ ਨਾਲ ਰੱਬ ਦੀ ਹਜ਼ੂਰੀ ਵਿੱਚ ਵੀ ਤੇਰੀ ਜਿਹੜੀ ਹੈ ਹਾਜ਼ਰੀ ਲੱਗ ਜਾਏ। ਤੇ ਦੁਨੀ ਚੰਦ ਨੂੰ ਸਮਝਾਇਆ ਕਿ ਦੁਨੀ ਚੰਦ, ਬੰਦੇ ਦੇ ਨਾਲ ਤਾਂ ਇੱਕ ਨਿੱਕੀ ਜੀ ਸੂਈ ਤੱਕ ਨਹੀਂ ਜਾਂਦੀ, ਤੂੰ ਐਡੇ ਵੱਡੇ ਭੰਡਾਰ ਇਕੱਠੇ ਕਰਕੇ ਇਹ ਸੋਚਦਾ ਵੀ ਮੈਂ ਬਹੁਤ ਕੁਝ ਨਾਲ ਲੈ ਜਾਣਾ। ਇਹ ਅੱਜ ਦੇ ਜਿਹੜੇ ਦੁਨੀ ਚੰਦ ਨੇ, ਅੰਬਾਨੀ ਵਰਗੇ, ਉਡਾਨੀ ਵਰਗੇ, ਉਹਨਾਂ ਨੂੰ ਵੀ ਸਮਝ ਆਉਣੀ ਚਾਹੀਦੀ। ਜਿਹੜੇ ਦੂਸਰਿਆਂ ਦਾ ਪੇਟ ਕੱਟ ਕੇ, ਦੂਸਰਿਆਂ ਦਾ ਨੁਕਸਾਨ ਕਰਕੇ ਆਪਣੇ ਮਹਿਲ ਖੜੇ ਕਰ ਰਹੇ ਹੈ, ਵੱਡੀਆਂ ਵੱਡੀਆਂ ਦੌਲਤਾਂ ਦੇ ਅੰਬਾਰ ਲਗਾ ਰਹੇ ਹੈ, ਇਹ ਉਹਨਾਂ ਦੇ ਦਿਮਾਗ ਵਿੱਚ ਪੈ ਜਾਣੀ ਚਾਹੀਦੀ ਗੱਲ ਵੀ ਸਦਾ ਥਿਰ ਨਾ ਕੋਈ ਰਿਹਾ, ਸਦਾ ਥਿਰ ਨਾ ਕਿਸੇ ਨੇ ਰਹਿਣਾ। ਤੇ ਕਿਉਂ ਲਾਹਣਤਾਂ ਖੱਟ ਕੇ ਜਾਈਏ ਆਪਾਂ ਸੰਸਾਰ ਦੀਆਂ, ਕਿਉਂ ਲਾਹਣਤਾਂ ਖੱਟ ਕੇ ਜਾਈਏ? ਕਿੰਨੀਆਂ ਬਦਦੁਆਵਾਂ ਲੋਕ ਦਿੰਦੇ ਨੇ, ਦੇਖਿਓ ਕਿੰਨੀਆਂ ਬਦਦੁਆਵਾਂ ਲੋਕ ਦਿੰਦੇ ਹੈ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਪੈਸੇ ਦੇ ਕਰਕੇ ਕਦੇ ਵੀ ਕਿਸੇ ਦੀ ਹਾਰ ਨਾ ਲਈਏ, ਦੌਲਤ ਕਰਕੇ ਕਦੇ ਵੀ ਕਿਸੇ ਦੀ ਬਦਦੁਆ ਨਾ ਲਈਏ। ਪਤਾ ਨਹੀਂ ਕਿਸੇ ਇਨਸਾਨ ਦਾ ਕਿੱਦਾਂ ਦਾ ਦਿਲ ਜੁੜਿਆ ਹੁੰਦਾ ਤੇ ਉਹਦੇ ਮੂੰਹ ਤੋਂ ਕੀ ਨਿਕਲ ਆਉਣਾ। ਪਰ ਬੰਦਾ ਇਹ ਸੋਚਦਾ ਵੀ 4 ਪੈਸੇ ਇਕੱਠੇ ਕਰਕੇ ਸ਼ਾਇਦ ਮੈਂ ਜ਼ਿਆਦਾ ਅਮੀਰ ਹੋ ਜਾਣਾ। ਨਹੀਂ, ਤੂੰ ਜ਼ਿਆਦਾ ਅਮੀਰ ਨਹੀਂ ਹੋਣਾ, ਤੂੰ ਹੋਰ ਜ਼ਿਆਦਾ ਗਰਕ ਹੋ ਜਾਣਾ। ਸੋ ਅੱਜ ਦੇ ਦੁਨੀ ਚੰਦ ਜਿਹੜੇ ਨੇ ਉਹ ਐਸੇ ਭੈੜੇ ਹੋ ਚੁੱਕੇ ਨੇ, ਉਹ ਗੱਲ ਕਿਸੇ ਦੀ ਮੰਨਦੇ ਹੀ ਨਹੀਂ। ਪੁਰਾਣੇ ਤਾਂ ਫਿਰ ਵੀ ਮੰਨ ਜਾਂਦੇ ਹੁੰਦੇ ਸੀ। ਸਤ ਸਰੂਪ, ਸਰੂਪ ਦਾ ਮਤਲਬ ਸੋਹਣਾ ਰੂਪ। ਸਤ ਅਕਾਲ ਪੁਰਖ ਵਾਹਿਗੁਰੂ ਦਾ, ਪਰਮਾਤਮਾ ਦਾ ਜਿਹੜਾ ਸੋਹਣਾ ਰੂਪ ਹੈ, ਉਹਦੀ ਸੋਹਣੀ ਹਸਤੀ ਹੈ, ਉਹਦੀ ਪਿਆਰੀ ਪਹਿਚਾਣ ਹੈ, ਜਿਸ ਇਨਸਾਨ ਨੇ ਆਪਣੇ ਅੰਦਰ ਟਿਕਾ ਲਈ। ਹਿਰਦੈ ਹਿਰਦਾ ਜਿਨ ਮਾਨਿਆ, ਜਿਹਨੇ ਹਿਰਦੇ ਦੇ ਵਿੱਚ ਉਹਨੂੰ ਟਿਕਾ ਲਿਆ, ਜਿਹੜਾ ਉਹਦੇ ਮਾਨ ਦੇ ਵਿੱਚ ਵਹਿ ਗਿਆ। ਸਤ ਸਰੂਪ ਹਿਰਦੈ ਜਿਨ ਮਾਨਿਆ। ਕਰਨ ਕਰਾਵਣ, ਕਰਨ ਵਾਲਾ ਤੇ ਕਰਾਉਣ ਵਾਲਾ। ਕਰਨ ਭਾਵ ਕਰਤਾ, ਜਿਹਨੇ ਕਾਇਨਾਤ ਸਾਜੀ ਹੈ, ਜਿਹਨੇ ਦੁਨੀਆ ਬਣਾਈ ਹੈ। ਕਰਾਵਣ, ਜਿਹੜਾ ਸਾਥੋਂ ਕਰਾ ਰਿਹਾ। ਹੁਣ ਮੈਂ ਕਥਾ ਕਰ ਰਿਹਾ, ਮੇਰੇ ਤੋਂ ਕਰਵਾ ਰਿਹਾ। ਚੰਗੇ ਕੰਮ ਕਰ ਰਿਹਾ, ਉਹ ਮੇਰੇ ਤੋਂ ਕਰਵਾ ਰਿਹਾ। ਮਾੜੇ ਕੰਮ ਕਰੀਏ ਨਾ, ਇਹ ਮਤ ਕਹੋ ਨਿਰੰਕਾਰ ਨੇ ਕਰਵਾਏ, ਇਹ ਕਹੋ ਸਾਡੇ ਭੈੜੇ ਮਨ ਨੇ ਕਰਵਾਏ। ਚੰਗੇ ਕੰਮ ਕਰੀਏ, ਵਾਹਿਗੁਰੂ ਕਰਵਾ ਰਿਹਾ। ਕਰਨ ਅਤੇ ਕਰਾਉਣ ਵਾਲਾ ਇਹ ਨਿਰੰਕਾਰ ਵਾਹਿਗੁਰੂ ਆਪ ਹੈ। ਕਰਦਾ ਵੀ ਆਪ ਹੈ, ਕਰਾਉਂਦਾ ਵੀ ਆਪ ਹੈ। ਕਰਨ ਕਰਾਵਣ 3 ਮੂਲ ਪਛਾਣਿਆ। ਉਸ ਇਨਸਾਨ ਨੇ ਜਿਹਨੇ ਆਪਣੇ ਮਨ ਵਿੱਚ ਸਤ ਸਰੂਪ ਨੂੰ ਰੱਖ ਲਿਆ, ਉਹਨੂੰ ਇਸ ਚੀਜ਼ ਦੀ ਸਮਝ ਲੱਗ ਜਾਂਦੀ ਹੈ ਕਿ ਜਗਤ ਦਾ ਮੂਲ ਨਿਰੰਕਾਰ ਵਾਹਿਗੁਰੂ ਆਪ ਹੈ। ਉਹੀ ਦੁਨੀਆ ਪੈਦਾ ਕਰਨ ਵਾਲਾ, ਉਹੀ ਦੁਨੀਆ ਨੂੰ ਚਲਾਉਣ ਵਾਲਾ। ਔਰ ਕਮਾਲ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਆਪਣੀ ਪਾਵਨ ਬਾਣੀ ਵਿੱਚ ਕਿ ਵਾਹਿਗੁਰੂ ਇੰਨੇ ਵੱਡੇ ਸੰਸਾਰ ਨੂੰ ਚਲਾ ਰਿਹਾ, ਉਹ ਕਦੇ ਵੀ ਦੁਖੀ ਨਹੀਂ ਹੁੰਦਾ। ਆਪਾਂ ਇੱਕ ਛੋਟੇ ਛੋਟੇ ਪਰਿਵਾਰਾਂ ਨੂੰ ਚਲਾਉਂਦਿਆਂ ਹੋਇਆਂ ਇੰਨੇ ਦੁਖੀ ਹੋ ਜਾਂਦੇ। ਅਗਲੀ ਗੱਲ ਸਤਿਗੁਰ ਕਹਿੰਦੇ ਨੇ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ। ਵਿਸ਼ਵਾਸ ਦਾ ਮਤਲਬ ਹੁੰਦਾ ਯਕੀਨ, ਸ਼ਰਧਾ। ਜਿਸ ਇਨਸਾਨ ਦੇ ਹਿਰਦੇ ਵਿੱਚ ਪਰਮਾਤਮਾ ਦੀ ਹਸਤੀ ਦਾ ਯਕੀਨ ਵੱਜ ਗਿਆ ਵੀ ਪਰਮਾਤਮਾ ਹੈ, ਨਿਰੰਕਾਰ ਹੈ, ਉਹ ਮੌਜੂਦ ਹੈ, ਇਹ ਵਿਸ਼ਵਾਸ ਹੋਣਾ ਬੜੀ ਵੱਡੀ ਗੱਲ ਹੈ। ਵਿਸ਼ਵਾਸ ਉੱਤੇ ਤਾਂ ਸੰਸਾਰ ਖੜਾ, ਦੁਨੀਆ ਖੜੀ। ਵੀ ਤੇਰੇ ਤੇ ਵਿਸ਼ਵਾਸ ਕੀਤਾ, ਮੈਂ ਤੇਰਾ ਬਣ ਗਿਆ। ਤੇਰੇ ਤੇ ਵਿਸ਼ਵਾਸ ਕੀਤਾ ਸਤਿਗੁਰੂ, ਤੇਰੇ ਚਰਨੀ ਲੱਗ ਗਿਆ। ਵਿਸ਼ਵਾਸ ਦੇ ਸਹਾਰੇ ਸੰਸਾਰ ਹੈ। ਬੜੇ ਮਾੜੇ ਲੋਕ ਹੁੰਦੇ ਨੇ ਜਿਹੜੇ ਕਿਸੇ ਦਾ ਵਿਸ਼ਵਾਸ ਤੋੜਦੇ ਨੇ। ਤੇ ਸੱਚ ਜਾਣਿਓ, ਉਹ ਇਸ ਧਰਤੀ ਤੇ ਭਾਰ ਹੁੰਦੇ ਨੇ ਜਿਹੜੇ ਕਿਸੇ ਦਾ ਵਿਸ਼ਵਾਸ ਤੋੜਦੇ ਆ, ਜਿਹੜੇ ਕਿਸੇ ਦਾ ਯਕੀਨ ਤੋੜਦੇ ਆ, ਜਿਹੜੇ ਕਿਸੇ ਦਾ ਨੁਕਸਾਨ ਕਰਦੇ ਆ। ਉਹਨਾਂ ਤੋਂ ਭੈੜਾ, ਉਹਨਾਂ ਤੋਂ ਅਕਿਰਤਕਾਨ, ਉਹਨਾਂ ਤੋਂ ਨਮਕ ਹਰਾਮ ਦੁਨੀਆ ਵਿੱਚ ਹੋਰ ਕੋਈ ਨਹੀਂ ਹੁੰਦਾ। ਸਭ ਤੋਂ ਵੱਡਾ ਪਾਪੀ ਉਹੀ ਹੁੰਦਾ ਜਿਹੜਾ ਕਿਸੇ ਦਾ ਵਿਸ਼ਵਾਸ ਤੋੜਦਾ। ਤੇ ਜਿਹਨੂੰ ਰੱਬ ਦੇ ਵਿੱਚ ਵਿਸ਼ਵਾਸ ਆ ਗਿਆ ਨਾ, ਜਾਂ ਕਹਿ ਹਿਰਦੈ, ਜਿਸ ਦੇ ਹਿਰਦੇ ਵਿੱਚ ਵਿਸ਼ਵਾਸ ਪ੍ਰਭ ਆਇਆ, ਵਾਹਿਗੁਰੂ ਮੌਜੂਦ ਹੈ, ਇਸ ਚੀਜ਼ ਦਾ ਵਿਸ਼ਵਾਸ ਹੋ ਗਿਆ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਦੇ ਮਨ ਦੇ ਵਿੱਚ ਅਸਲ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ। ਉਹਦੇ ਹਿਰਦੇ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ, ਉਹ ਗਿਆਨੀ ਹੋ ਜਾਂਦਾ। ਉਹਦਾ ਹਿਰਦਾ ਅੰਦਰੋਂ ਬਾਹਰੋਂ ਪਾਕ ਪਵਿੱਤਰ ਹੋ ਜਾਂਦਾ, ਉਹਦੀ ਹਸਤੀ ਨਿਰਮਲ ਹੋ ਜਾਂਦੀ ਹੈ, ਉਹਦੇ ਅੰਦਰ ਅਤੇ ਬਾਹਰ ਚਾਨਣ ਹੋ ਜਾਂਦਾ।
ਔਰ ਇਸ ਚੀਜ਼ ਦਾ ਇੱਕ ਇਹ ਵੀ ਇਸ਼ਾਰਾ ਹੈ ਸਤਿਗੁਰੂ ਦਾ ਕਿ ਪਿਆਰਿਆ, ਜਦੋਂ ਤੱਕ ਤੂੰ ਮੇਰੇ 'ਚ ਵਿਸ਼ਵਾਸ ਨਹੀਂ ਨਾ ਕਰਦਾ, ਉਦੋਂ ਤੱਕ ਮੈਂ ਤੈਨੂੰ ਬਦਲਾਂ, ਮੈਂ ਤੈਨੂੰ ਚੇਂਜ ਕਰਾਂ, ਇਹ ਬਹੁਤ ਔਖੀ ਗੱਲ ਹੈ। ਇਹ ਬਹੁਤ ਔਖੀ ਗੱਲ ਹੈ। ਵਿਸ਼ਵਾਸ ਕਰਿਓ ਗੁਰੂ ਨਾਨਕ ਸਾਹਿਬ ਉੱਤੇ, ਵਿਸ਼ਵਾਸ ਕਰਿਓ ਗੁਰੂ ਗ੍ਰੰਥ ਸਾਹਿਬ ਉੱਤੇ। ਦੁਨੀਆ ਦੇ ਲੋਕਾਂ ਨੂੰ ਵਿਸ਼ਵਾਸ ਹੋਵੇਗਾ ਹੋਰਨਾਂ ਉੱਤੇ, ਸਾਨੂੰ ਤਾਂ ਵਿਸ਼ਵਾਸ ਆਪਣੇ ਸਤਿਗੁਰੂ ਉੱਤੇ ਹੈ। ਸਾਨੂੰ ਤਾਂ ਵਿਸ਼ਵਾਸ ਆਪਣੇ ਗੁਰੂ ਉੱਤੇ ਹੈ, ਔਰ ਗੁਰੂ ਆਪਣੇ ਸਿੱਖ ਦਾ ਵਿਸ਼ਵਾਸ ਕਦੇ ਨਹੀਂ ਤੋੜਦਾ। ਜੇਕਰ ਤੁਸੀਂ ਵਿਸ਼ਵਾਸ ਸੱਚਾ ਕਰ ਰਹੇ ਹੋ, ਜੇ ਵਿਸ਼ਵਾਸ ਕਰਨ ਵਾਲੇ ਅੰਦਰ ਕੁਝ ਹੈ, ਤਾਂ ਗੁਰੂ ਉਹਦਾ ਵਿਸ਼ਵਾਸ ਕਦੇ ਨਹੀਂ ਤੋੜਦਾ। ਗੱਲ ਬੇਸ਼ੱਕ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੂੰ ਪੁੱਛ ਲਿਓ, ਉਹਨਾਂ ਨੇ ਆਪਣੀ ਕਵਿਤਾਂ ਵਿੱਚ ਬਹੁਤ ਜਗ੍ਹਾ ਤੇ ਲਿਖਿਆ ਇਹ ਸਾਰਾ ਕੁਝ, ਵੀ ਇਹ ਮਤ ਸੋਚ ਵੀ ਗੁਰੂ ਨਹੀਂ ਜਾਣਦਾ, ਗੁਰੂ ਤਾਂ ਜਾਣਦਾ ਹੈ। ਉਹ ਕਮਲਿਆ ਤੈਨੂੰ ਵਿਸ਼ਵਾਸ ਨਹੀਂ, ਉਹ ਕਮਲਿਆ ਤੈਨੂੰ ਭਰੋਸਾ ਨਹੀਂ ਆਪਣੇ ਗੁਰੂ ਤੇ। ਜੇ ਤੈਨੂੰ ਭਰੋਸਾ ਹੋਵੇ, ਤੂੰ ਆਸੇ ਪਾਸੇ ਟੱਕਰਾਂ ਹੀ ਕਿਉਂ ਮਾਰਦਾ ਫਿਰੇ? ਜਿਨ੍ਹਾਂ ਨੂੰ ਭਰੋਸਾ ਹੁੰਦਾ ਉਹ ਕਹਿੰਦੇ ਆਪਾਂ ਕਿਉਂ ਜਾਈਏ, ਕਤ ਜਾਈਆ ਰਹਿ ਘਰ ਲਾਗੋ ਰੰਗ। ਮੇਰੇ ਤਾਂ ਆਪਣੇ ਘਰ ਵਿੱਚ ਹੀ ਰੰਗ ਲੱਗਾ ਹੋਇਆ, ਮੈਂ ਆਸੇ ਪਾਸੇ ਕਿਉਂ ਜਾਵਾਂ? ਕਿਉਂ ਜਾਵਾਂ ਮੈਂ ਕਿਸੇ ਪਾਸੇ? ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ। ਉਹ ਇਨਸਾਨ ਜਿਹਦੇ ਜੀਵਨ ਵਿੱਚ ਨਿਰੰਕਾਰ ਦਾ ਸੋਹਣਾ ਸਰੂਪ ਵਸ ਗਿਆ। ਸਤਿਗੁਰੂ ਜੀ ਕਹਿੰਦੇ ਨੇ ਭੈ ਤੇ ਨਿਰਭਉ। ਉਹ ਇਨਸਾਨ ਜਗਤ ਦੇ ਦੁਨੀਆ ਦੇ ਹਰੇਕ ਡਰ ਤੋਂ ਰਹਿਤ ਹੋ ਜਾਂਦਾ, ਨਿਰਭਉ ਹੋ ਜਾਂਦਾ, ਤੇ ਸੰਸਾਰ ਵਿੱਚ ਨਿਰਭਉ ਹੋ ਕੇ ਵਸਦਾ। ਫਿਰ ਸੁਣਿਓ, ਭੈ ਤੇ ਨਿਰਭਉ, ਦੁਨੀਆ ਦੇ ਸਾਰੇ ਡਰ ਲਾ ਕੇ ਨਿਰਭਉ ਹੋ ਜਾਂਦਾ ਹੈ, ਹੋਏ ਬਸਾਨਾ, ਤੇ ਇਸ ਤਰ੍ਹਾਂ ਦੁਨੀਆ ਵਿੱਚ ਵਸਦਾ। ਉਹ ਕਹਿੰਦਾ ਮੈਨੂੰ ਕਿਉਂ ਡਰ, ਔਰ ਮੈਂ ਕਿਉਂ ਡਰਾਂ? ਦੁਨੀਆ ਤੋਂ ਡਰਾਂ, ਸੰਸਾਰ ਤੋਂ ਡਰਾਂ, ਕਿਉਂ ਡਰਾਂ? ਸਾਡੇ ਮਨ 'ਚ ਤਾਂ ਡਰ ਹੀ ਬੜੇ। ਘਰੋਂ ਆਪਾਂ ਨਿਕਲਦੇ ਸਾਹਮਣੇ ਕਿਹਨੇ ਟੂਣਾ ਕੀਤਾ ਤੇ ਆਪਾਂ ਮਰ ਜਾਂਦੇ, ਟੂਣਿਆਂ ਤੋਂ ਡਰਦੇ ਰਹਿੰਦੇ ਹਾਂ। ਧਾਗੇ ਤਵੀਤ ਆਪਾਂ ਬੰਨ੍ਹ ਕੇ ਹੱਥਾਂ ਨੂੰ ਰੱਖਦੇ ਹਾਂ, ਮਰਦੇ ਰਹਿੰਦੇ ਹਾਂ। ਇੰਨੇ ਸਾਡੇ ਮਨ 'ਚ ਡਰ ਹੈ। ਆਪਾਂ ਤਾਂ ਛੋਟੇ ਛੋਟੇ ਬੱਚਿਆਂ ਦੇ ਮਨ ਵਿੱਚ ਵੀ ਡਰ ਪੈਦਾ ਕੀਤਾ। ਮੈਂ ਕਈ ਵਾਰ ਕਿਹਾ ਕਰਦਾ, ਬੱਚਾ ਜੇ ਜੰਮਿਆ ਨਹੀਂ ਹੁੰਦਾ ਪ੍ਰੋਪਰ, ਉਹਦੇ ਗਲ 'ਚ ਅਸੀਂ ਧਾਗੇ ਤਵੀਤ ਬੰਨ੍ਹ ਕੇ ਉਹਦਾ ਬੁਰਾ ਹਾਲ ਕੀਤਾ ਹੁੰਦਾ। ਇੰਨੇ ਸਾਡੇ ਮਨਾਂ ਵਿੱਚ ਡਰ ਹੈ। ਹਾਏ ਕਿਤੇ ਮੇਰੇ ਬੱਚੇ ਨੂੰ ਨਜ਼ਰ ਨਾ ਲੱਗ ਜਾਵੇ। ਕਾਲੇ ਟਿੱਕੇ ਲਾਏ ਹੁੰਦੇ ਆਪਾਂ, ਪਤਾ ਕਿੰਨੀਆਂ ਹਿੰਗਾਂ ਹੁੰਗਾਂ ਬੰਨ੍ਹ ਕੇ ਆਪਾਂ ਉਹਨਾਂ ਨੂੰ ਰੱਖਦੇ। ਇੰਨੇ ਜਿਹੜੇ ਉਹ ਗੰਢਾਂ ਦੇ ਕੇ ਉਹਨਾਂ ਦੇ ਗਲਾਂ ਵਿੱਚ ਤਵੀਤ ਪਾਏ ਹੁੰਦੇ ਕਈਆਂ ਦੇ। ਕਈ ਵਾਰ ਵੇਖਦਾ ਮੈਂ ਚੰਦਰਮਾ ਬਣਾ ਕੇ ਛੋਟੇ ਛੋਟੇ ਬੱਚਿਆਂ ਦੇ ਗਲਾਂ 'ਚ ਪਾਏ। ਚੰਗੇ ਭਲੇ ਗੁਰਸਿੱਖ ਹੁੰਦੇ ਨੇ, ਚੰਗੇ ਭਲੇ ਗੁਰਸਿੱਖ ਪਰਿਵਾਰਾਂ ਵਿੱਚ ਵੀ ਐਸਾ ਆਪਾਂ ਵੇਖਦੇ ਹਾਂ। ਉਹ ਬੱਚਾ ਵਿਚਾਰਾ ਜੇ ਸਾਹ ਲੈਣ ਜੋਗਾ ਨਹੀਂ ਹੁੰਦਾ, ਉਹਦਾ ਸਾਹ ਘੁੱਟਿਆ ਹੁੰਦਾ ਧਾਗੇ ਤਵੀਤਾਂ ਨੇ। ਇੰਨਾ ਸਾਡੇ ਮਨਾਂ ਦੇ ਵਿੱਚ ਡਰ ਹੈ। ਡਰ ਰੱਖਣਾ ਤੇ ਗੁਰੂ ਦਾ ਰੱਖੋ, ਉਹ ਨਿਰਮਲ ਡਰ ਹੈ। ਉਹਦੇ ਨਾਲ ਤੁਹਾਡੀ ਜ਼ਿੰਦਗੀ ਸੇਫ ਰਹੇਗੀ, ਉਹਦੇ ਨਾਲ ਤੁਹਾਡਾ ਜੀਵਨ ਵਧੀਆ ਰਹੇਗਾ। ਆਪਾਂ ਡਰ ਹੋਰ ਹੀ ਪਾਸੇ ਰੱਖਦੇ ਹਾਂ, ਹੋਰ ਹੀ ਪਾਸੇ ਡਰ ਰੱਖਦੇ। ਮਾੜੇ ਨੂੰ ਮਾੜਾ ਕਹੋ, ਕੋਈ ਐਸੀ ਗੱਲ ਨਹੀਂ। ਆਪਾਂ ਕੀ ਹਰ ਇੱਕ ਪੱਖ ਦਾ ਡਰ, ਹਰ ਇੱਕ ਪੱਖ ਦਾ। ਉਹ ਪਿਆਰਿਓ, ਐਦਾਂ ਕੁਝ ਨਹੀਂ ਜੀ ਹੁੰਦਾ। ਜੇ ਡਰਨਾ ਤੇ ਰੱਬ ਤੋਂ ਡਰੋ। ਰੱਬ ਦਾ ਜਿਹੜਾ ਪਿਆਰਾ ਉਹ ਨਿਰਭਉ ਹੋ ਕੇ ਵਸਦਾ, ਉਹ ਡਰਦਾ ਨਹੀਂ ਕਿਸੇ ਤੋਂ, ਉਹ ਕਦੇ ਨਹੀਂ ਡਰਦਾ। ਵੱਡੀ ਤੋਂ ਵੱਡੀ ਹਸਤੀ ਤੋਂ ਨਹੀਂ ਡਰਦਾ, ਤੇ ਨਾ ਉਹ ਵਹਿਮਾਂ ਭਰਮਾਂ ਕਰਮਕਾਂਡਾਂ ਦੇ ਅਧੀਨ ਡਰਦਾ। ਅਸੀਂ ਹਰ ਚੀਜ਼ ਤੋਂ, ਮੁਰਦਿਆਂ ਨੂੰ ਵੀ ਪੂਜੀ ਜਾਂਦੇ, ਮੜੀਆਂ ਮਸਾਣਾਂ ਨੂੰ ਪੂਜੀ ਜਾਂਦੇ, ਹਰ ਇੱਕ ਚੀਜ਼ ਤੋਂ ਆਪਾਂ ਡਰਦੇ ਹਾਂ। ਔਰ ਡਰ ਨੇ ਹੀ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਨਰਕ ਬਣਾਈ ਹੋਈ ਹੈ। ਔਰ ਸੁਖਮਨੀ ਸਾਹਿਬ ਇਹ ਗੱਲ ਕਹਿੰਦੀ ਹੈ ਕਿ ਪਿਆਰਿਆ, ਡਰਨਾ ਤਾਂ ਵਾਹਿਗੁਰੂ ਤੋਂ ਡਰ। ਐਵੇਂ ਇਹ ਕਮਲਿਆ ਜਿਹਾ ਆਪਣਾ ਜੀਵਨ ਬਣਾ ਕੇ ਕਿਉਂ ਜੀਵਨ ਨੂੰ ਬਰਬਾਦ ਕਰਦੇ ਹਾਂ? ਜਿਸ ਤੇ ਉਪਜਿਆ, ਜਿਸ ਤੋਂ ਉਹ ਪੈਦਾ ਹੋਇਆ ਹੁੰਦਾ। ਹੁਣ ਰੱਬ ਦੇ ਪਿਆਰੇ ਦੀ ਗੱਲ ਹੈ, ਜਿਹਨੇ ਪਾਲਿਆ ਨਾ, ਜਿਹਨੇ ਪਾਲਿਆ, ਇਹ ਉਹਦੀ ਗੱਲ ਹੈ। ਜਿਸ ਤੇ ਉਪਜਿਆ, ਜਿਸ ਤੋਂ ਉਹ ਪੈਦਾ ਹੋਇਆ ਹੁੰਦਾ, ਤਿਸ ਮਾਹੇ ਸਮਾਨਾ, ਉਹ ਉਹਦੇ ਵਿੱਚ ਹੀ ਸਮਾਇਆ ਰਹਿੰਦਾ। ਫਿਰ ਸੁਣਿਓ, ਕਿਉਂਕਿ ਉਹ ਸਦਾ ਉਸ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਜਿਸ ਤੋਂ ਉਹ ਪੈਦਾ ਹੋਇਆ। ਉਹਨੂੰ ਇਸ ਚੀਜ਼ ਦੀ ਸਮਝ ਹੁੰਦੀ ਵੀ ਮੈਨੂੰ ਪੈਦਾ ਰੱਬ ਨੇ ਕੀਤਾ, ਰੋਟੀ ਮੈਨੂੰ ਰੱਬ ਦੇ ਰਿਹਾ, ਸਵਾਸ ਮੈਨੂੰ ਨਿਰੰਕਾਰ ਦੇ ਰਿਹਾ, ਵੀ ਮੈਂ ਲੋਕਾਂ ਤੋਂ ਕਿਉਂ ਡਰਾਂ, ਮੈਂ ਸੰਸਾਰ ਤੋਂ ਕਿਉਂ ਡਰਾਂ? ਇਸ ਲਈ ਉਹ ਨਿਰਭਉ ਹੋ ਜਾਂਦੇ ਨੇ। ਜਿਸ ਦਿਨ ਸਿੱਖ ਨਿਰਭਉ ਹੋ ਗਿਆ ਨਾ, ਉਸ ਦਿਨ ਸਹੀ ਮਾਨੇ ਵਿੱਚ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਲੱਗਣੀ। ਇੱਕ ਫਕੀਰ ਨੇ ਲਿਖਿਆ ਸੀ ਇੱਕ ਵਾਰੀ ਵੀ ਜਿਸ ਦਿਨ ਲੋਕ ਮੂਰਖਤਾ ਛੱਡ ਗਏ, ਉਸ ਦਿਨ ਉਹਨਾਂ ਦਾ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਹੋਏਗਾ। ਮੈਂ ਕਹਿ ਦੇਵਾਂ, ਬਾਕੀ ਤਾਂ ਬਹੁਤ ਦੂਰ ਦੀ ਗੱਲ। ਜਿਸ ਦਿਨ ਸਿੱਖਾਂ ਵਿੱਚੋਂ ਮੂਰਖਤਾ ਖਤਮ ਹੋ ਗਈ, ਉਸ ਦਿਨ ਸਿੱਖਾਂ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੋਏਗਾ। ਅਜੇ ਆਪਾਂ ਮੂਰਖ ਹਾਂ, ਅਜੇ ਮੂਰਖ ਹਾਂ। ਇਸ ਲਈ ਇੰਨੇ ਸਾਡੇ ਘਰ ਹੁੰਦੇ ਇਹ ਜੀ, ਆਹ ਬਾਬਾ ਜੀ ਦਾ ਕਮਰਾ। ਮੈਂ ਹੈਰਾਨ ਹੋ ਗਿਆ ਵੀ ਬਾਬਾ ਜੀ ਕਿਹੜੇ ਹੈ। ਅੰਦਰ ਜਾ ਕੇ ਵੇਖਿਆ ਤੇ ਵੱਡੇ ਵੱਡੇ ਜਿਹੜੀਆਂ ਉਹ ਫੋਟੋਆਂ ਲਾਈਆਂ ਦੇਹਧਾਰੀ ਗੁਰੂਆਂ ਦੀਆਂ, ਜਿਹੜੇ ਆਪ ਸ਼ਰਾਬਾਂ ਪੀਣ ਵਾਲੇ, ਆਪ ਨਸ਼ਾ ਕਰਨ ਵਾਲੇ। ਇਹ ਜੀ ਇਹ ਬਾਬਾ ਜੀ ਦਾ ਕਮਰਾ ਸਜਾਇਆ ਹੋਇਆ।
ਰੋਟੀ ਬਣਾਉਣੀ ਪਹਿਲਾਂ ਬਾਬੇ ਦੇ ਫੋਟੋ ਮੂਹਰੇ ਜਾ ਕੇ ਰੱਖੋ, ਡਰ ਇੰਨਾ ਪਿਆ ਆ। ਚਾਹ ਬਣਾਉਣੀ ਬਾਬੇ ਦੇ ਮੂਹਰੇ ਜਾ ਕੇ ਰੱਖੋ, ਉੱਥੇ ਗੜਵੀ ਰੱਖੀ ਹੈ, ਦਾਤਨ ਰੱਖੀ, ਬੁਰਸ਼ ਰੱਖਿਆ ਹੈ। ਇਹ ਜੀ ਬਾਬਾ ਜੀ ਦਾ ਕਮਰਾ। ਇਹ ਸਿੱਖਾਂ ਦੇ ਹਾਲਾਤ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਹੈ, ਉਹਨਾਂ ਨੂੰ ਪਤਾ ਨਹੀਂ ਗੁਰੂ ਨਾਨਕ ਸਾਹਿਬ ਕੌਣ ਹੈ, ਗੁਰੂ ਗੋਬਿੰਦ ਸਿੰਘ ਕੌਣ ਹੈ, ਕਦੋਂ ਸ਼ਹੀਦੀ ਦਿਹਾੜੇ ਆਉਂਦੇ, ਕਦੋਂ ਲੰਘ ਜਾਂਦੇ, ਕਦੋਂ ਗੁਰਪੁਰਬ ਆਉਂਦੇ, ਕਦੋਂ ਲੰਘ ਜਾਂਦੇ। ਬਸ ਉਹਨਾਂ ਨੂੰ ਇਹ ਪਤਾ ਇਹ ਸਾਡੇ ਬਾਬਾ ਜੀ ਹੈ, ਉਹ ਸਾਡੇ ਬਾਬਾ ਜੀ ਇੱਥੇ ਆਏ, ਸਾਡੇ ਬਾਬਾ ਜੀ ਉੱਥੇ ਆਏ, ਭੱਜੇ ਫਿਰਦੇ ਕਰਜ਼ਾਈ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਜਾਂਦੇ। ਇਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਮਨ ਵਿੱਚ ਡਰ ਰੱਖ ਕੇ ਕੀ ਮਿਲਣਾ? ਦੇਣਾ ਤਾਂ ਸਭ ਕੁਝ, ਕਰਨ ਕਰਾਵਣਹਾਰ ਤਾਂ ਨਿਰੰਕਾਰ ਹੈ, ਗੁਰੂ ਗ੍ਰੰਥ ਸਾਹਿਬ ਹੈ, ਤੇ ਸਾਡੇ ਮਨਾਂ ਵਿੱਚ ਹੋਰ ਹੀ ਡਰ ਹੁੰਦੇ। 4 ਸਾਡੇ ਕਮਰੇ ਹੁੰਦੇ, ਇੱਕ ਬਾਬੇ ਨੂੰ ਦੇ ਦਿੰਦੇ ਆਪਾਂ, ਇਹ ਬਾਬਾ ਜੀ ਦਾ ਪਲੰਘ ਲਾਇਆ, ਇੱਥੇ ਬਾਬਾ ਜੀ ਨੇ ਸੌਣਾ, ਇੱਥੇ ਬਾਬਾ ਜੀ ਨੇ ਬੁਰਸ਼ ਕਰਨਾ। ਬਾਬਾ ਜੀ ਦਾ ਫਿਰ ਅੰਦਰ ਬਾਥਰੂਮ ਵੀ ਤਿਆਰ ਕਰਕੇ ਰੱਖਿਆ ਕਰੋ, ਬਾਬਾ ਨਹਾਉਂਦਾ ਵੀ ਸਵੇਰ ਨੂੰ। ਸੋ ਇਹ ਵਹਿਮ ਭਰਮ ਹੈ। ਜੇ ਘਰ ਵਿੱਚ ਕਮਰਾ ਬਣਾਇਆ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖੋ, ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰੱਖੋ, ਤਾਂ ਕਿ ਕੁਝ ਤੁਹਾਡੇ ਪੱਲੇ ਪਵੇ, ਕੁਝ ਤੁਹਾਡੇ ਦਿਮਾਗ ਵਿੱਚ ਜਾਵੇ, ਗੁਰੂ ਦੀ ਗੱਲ ਤੁਹਾਡੇ ਜੀਵਨ ਵਿੱਚ ਵਸੇ। ਲੇਕਿਨ ਆਪਾਂ ਹੋਰ ਹੀ ਡਰ ਰੱਖਦੇ ਹਾਂ। ਰੱਬ ਦਾ ਪਿਆਰਾ ਡਰਦਾ ਹੀ ਨਹੀਂ, ਨਾ ਦੁਨੀਆ ਤੋਂ ਤੇ ਨਾ ਇਹੋ ਜਿਹੇ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ। ਉਹ ਰੱਬ ਦੇ ਚਰਨਾਂ ਦੇ ਵਿੱਚ ਲੀਨ ਰਹਿੰਦਾ। ਬਸਤ ਮਾਹੇ ਲੈ ਬਸਤ ਗਡਾਈ। ਜਿਵੇਂ ਨਾ ਕੋਈ ਚੀਜ਼ ਲੈ ਕੇ ਆਪਾਂ ਉਹਦੇ ਵਿੱਚ ਉਹਦੀ ਸੇਮ ਟੂ ਸੇਮ ਸ਼ਕਲ ਦੀ ਚੀਜ਼ ਮਿਲਾ ਦਈਏ ਤਾਂ ਸਤਿਗੁਰੂ ਕਹਿੰਦੇ ਨੇ ਤਾਂ ਕੋ ਭਿੰਨ ਨਾ ਕਹਿਣਾ ਜਾਈ, ਤਾਂ ਉਹਦੇ ਵਿੱਚੋਂ ਆਪਾਂ ਉਹ ਚੀਜ਼ ਨਹੀਂ ਕੱਢ ਸਕਦੇ। ਫੋਰ ਐਗਜ਼ਾਮਪਲ ਮੈਂ ਦੱਸ ਦਿੰਦਾ, ਬਸਤ ਮਾਹੇ ਲੈ ਬਸਤ ਗਡਾਈ। ਜਿਵੇਂ ਪਾਣੀ ਹੈ, ਪਾਣੀ ਭਾਵੇਂ ਉਹ ਜਮਨਾ ਦਾ ਜਾਏ ਉਹ ਬਿਆਸ ਦਾ, 2 ਦਰਿਆਵਾਂ ਦਾ ਇਕੱਠਾ ਕਰ ਲਓ, ਮਿਕਸ ਕਰ ਦਿਓ, ਬਸਤ ਮਾਹੇ ਲੈ ਬਸਤ ਗਡਾਈ, ਸੇਮ ਟੂ ਸੇਮ ਉਹਦਾ ਰੰਗ ਰੂਪ ਹੋ ਜਾਂਦਾ। ਪਰ ਉਹਦੇ ਵਿੱਚੋਂ ਤੁਸੀਂ ਅਲੱਗ ਨਹੀਂ ਕਰ ਸਕਦੇ ਵੀ ਇਹ ਬਿਆਸ ਦਾ ਮੈਂ ਅਲੱਗ ਕਰਨਾ ਤੇ ਜਮਨਾ ਦਾ ਅਲੱਗ ਕਰਨਾ ਜਾਂ ਸਤਲੁਜ ਦਾ ਅਲੱਗ ਕਰਨਾ, ਫਿਰ ਉਹ ਸੇਮ ਹੋ ਜਾਂਦਾ। ਇਸੇ ਤਰ੍ਹਾਂ ਕਿਸੇ ਵੀ ਜਾਤ ਦਾ, ਕਿਸੇ ਵੀ ਕੁਲ ਦਾ, ਕਿਸੇ ਵੀ ਰੰਗ ਦਾ, ਕਿਸੇ ਵੀ ਰੂਪ ਦਾ ਇਨਸਾਨ ਹੋਵੇ, ਚਾਹੇ ਉਹ ਮਾੜਾ ਹੋਵੇ, ਦੁਨਿਆਵੀ ਤੌਰ 'ਤੇ ਚੰਗਾ ਹੋਵੇ, ਜਦੋਂ ਉਹ ਨਿਰੰਕਾਰੀ ਰੂਪ ਦਾ ਮਾਲਕ ਹੋ ਜਾਂਦਾ, ਫਿਰ ਉਹਨੂੰ ਤੇ ਪਰਮਾਤਮਾ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਉਹ ਅਲੱਗ ਨਹੀਂ ਹੁੰਦੇ ਨੇ, ਉਹ ਉਹਦਾ ਹੀ ਰੂਪ ਹੋ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਨੇ ਤਾਂ ਕੋ ਭਿੰਨ ਨਾ ਕਹਿਣਾ ਜਾਈ। ਤਿਵੇਂ ਜੋ ਇਨਸਾਨ ਪਰਮਾਤਮਾ 'ਚ ਲੀਨ ਹੈ, ਉਸ ਨੂੰ ਪਰਮਾਤਮਾ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ। ਬਸ ਆਪਾਂ ਲੀਨਤਾ ਕਰਨੀ, ਆਪਾਂ ਉਹਦੇ ਵਰਗੇ ਹੀ ਬਣਨਾ। ਸਤਿਗੁਰੂ ਇਹੀ ਸਮਝਾਉਣ ਵਾਸਤੇ ਆਏ, ਇਹੀ ਦੱਸਣ ਵਾਸਤੇ ਆਏ ਕਿ ਪਿਆਰਿਓ ਉਹਦੇ ਵਰਗੇ ਬਣੋ। ਆਪਾਂ ਤਾਂ ਕੁਝ ਹੋਰ ਹੀ ਰੂਪ ਰੰਗ ਜਿਹੜੇ ਆਪਣੇ ਬਣਾਈ ਫਿਰਦੇ ਆ। ਸਤਿਗੁਰੂ ਕਹਿੰਦੇ ਬੂਝੈ ਬੂਝਨਹਾਰ ਵਿਵੇਕ, ਪਰ ਇਸ ਵਿਚਾਰ ਨੂੰ ਕੋਈ ਵਿਰਲਾ ਇਨਸਾਨ ਹੀ ਸਮਝਦਾ ਹੈ। ਆਹ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਕਹਿ ਰਿਹਾ, ਇਹ ਬਹੁਤਿਆਂ ਦੇ ਪੱਲੇ ਨਹੀਂ ਪੈਂਦੀ। ਬੂਝੈ ਸਮਝਦਾ ਹੈ, ਬੂਝਨਹਾਰ ਜਿਹਨੂੰ ਪ੍ਰਮਾਤਮਾ ਸਮਝ ਦੇ ਦਏ ਨਾ, ਵਿਵੇਕ ਭਾਵ ਉੱਚੀ ਸੋਚ ਵਾਲਾ ਇਨਸਾਨ, ਉਹੀ ਕੋਈ ਵਿਵੇਕ ਬੁੱਧੀ ਵਾਲਾ ਹੀ ਸਮਝੇਗਾ, ਕੋਈ ਵਿਚਾਰਵਾਨ ਹੀ ਸਮਝੇਗਾ ਇਸ ਚੀਜ਼ ਨੂੰ। ਸਤਿਗੁਰ ਕਹਿੰਦੇ ਜਿਹੜੀ ਮੈਂ ਗੱਲ ਕਹਿ ਰਿਹਾ ਇਹ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਹਰ ਬੰਦੇ ਦੇ ਪੱਲੇ ਨਹੀਂ ਪੈਣੀ। ਇਹਨੂੰ ਸਮਝਣ ਲਈ ਬੜੀ ਉੱਚੀ ਸੋਚ ਚਾਹੀਦੀ ਹੈ। ਤੇ ਜਿਹੜਾ ਸਮਝ ਜਾਂਦਾ ਹੈ ਨਾਰਾਇਣ ਮਿਲੇ ਨਾਨਕ ਏਕ, ਉਸ ਨੂੰ ਪ੍ਰਮਾਤਮਾ ਮਿਲ ਜਾਂਦਾ, ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ, ਪ੍ਰਮਾਤਮਾ ਦਾ ਰੂਪ ਹੋ ਜਾਂਦਾ। ਜਿਹੜਾ ਇਸ ਚੀਜ਼ ਨੂੰ ਸਮਝ ਜਾਂਦਾ, ਜਿਹੜਾ ਇਸ ਗੱਲ ਨੂੰ ਸਮਝ ਜਾਂਦਾ। ਬਹੁਤੇ ਤਾਂ ਮੂਰਖਤਾ ਦੇ ਨਾਲ ਹੀ ਭਰੇ ਹੈ। ਬਹੁਤਿਆਂ ਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਡੇ ਸਤਿਗੁਰੂ ਨੇ ਕੀ ਸਮਝਾਇਆ, ਸਾਡੇ ਸਤਿਗੁਰੂ ਕੀ ਦੱਸਣਾ ਚਾਹੁੰਦੇ ਹੈ, ਸਾਡੇ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ। ਐਵੇਂ ਹੀ ਨਰਕਾਂ ਵਾਲਾ ਜੀਵਨ ਜਿਹੜਾ ਉਹ ਬਤੀਤ ਕਰਨ ਵੱਲ ਸਾਡੇ ਲੋਕ ਲੱਗੇ ਰਹਿੰਦੇ। ਸੋ ਆਓ ਪਿਆਰਿਓ, ਅਸੀਂ ਆਪਣੇ ਲਾਈਫ ਨੂੰ, ਆਪਣੇ ਜੀਵਨ ਨੂੰ ਬਦਲੀਏ, ਚੇਂਜ ਕਰੀਏ, ਆਪਣੇ ਗੁਰੂ ਸਾਹਿਬਾਨਾਂ ਦੇ ਨਕਸ਼ੇ ਕਦਮਾਂ ਉੱਤੇ ਤੁਰੀਏ, ਤਾਂ ਕਿ ਜੋ ਸਾਡੇ ਗੁਰੂ, ਜੋ ਸਾਡੇ ਸਤਿਗੁਰੂ ਸਾਨੂੰ ਸਮਝਾ ਕੇ ਗਏ ਨੇ, ਉਹ ਪੱਲੇ ਬਣ ਕੇ ਜਾਈਏ, ਆਪਣੇ ਜੀਵਨ ਨੂੰ ਬਦਲੀਏ। ਪਹਿਲੀ ਵਿਚਾਰ ਨੂੰ ਮੈਂ ਨਾਲ ਰਲਾ ਕੇ ਇਹ ਗੱਲ ਦੱਸ ਦੇਵਾਂ ਪਿਆਰਿਓ, ਦੁਨਿਆਵੀ ਤੌਰ 'ਤੇ ਧਨ ਕਰਕੇ, ਦੌਲਤ ਕਰਕੇ, ਪੈਸੇ ਕਰਕੇ ਕਿਸੇ ਦੀਆਂ ਲਾਹਣ ਤਾਣਾ ਲਓ, ਆਸ਼ੀਰਵਾਦ ਲਓ। ਦੁਨੀਆ ਦੀ ਜਿਹੜੀ ਧਨ ਦੌਲਤ ਹੈ, ਨਾ ਨਾਲ ਆਈ ਹੈ ਨਾ ਨਾਲ ਜਾਣੀ ਹੈ। ਇਹਦੇ ਵਿੱਚ ਇੱਕੋ ਹੀ ਚੀਜ਼ ਕੰਮ ਦੀ ਹੈ, ਪਰਮਾਤਮਾ ਨਾਲ ਪਿਆਰ ਕਰੋ, ਚੰਗੀ ਖੱਟੀ ਖੱਟੋ, ਸਭਨਾਂ ਦਾ ਭਲਾ ਕਰੋ, ਚੰਗੀ ਸੋਚ ਰੱਖੋ, ਚੰਗੇ ਕੰਮ ਕਰੋ, ਤਾਂ ਕਿ ਜਿਹੜਾ ਸਾਡਾ ਜੀਵਨ ਹੈ ਇਹ ਪਵਿੱਤਰ ਹੋਵੇ, ਸੋਹਣਾ ਬਣੇ। 17ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਇੱਥੇ ਸਮਾਪਤ ਹੁੰਦੀ। ਭੁੱਲ ਚੁੱਕ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।